ਈਸ਼ਟ ਧਿਆਨ। ਜਿਸ ਵੀ ਇਸ਼ਕ ਨੂੰ ਅਸੀਂ ਮੰਨਦੇ ਹਾਂ ਉਸ ਨੂੰ ਸਾਖਸ਼ਾਤ ਭਰੋਟਿਆਂ ਦੇ ਸੈਂਟਰ 'ਚ ਉਹਨਾਂ ਦੇ ਦਰਸ਼ਨ ਕਰਨ ਦੀ ਕੋਸ਼ਿਸ਼, ਜਾਂ ਜਿਹੜੇ ਸੰਤ ਮਹਾਂਪੁਰਸ਼ ਜਾਂ ਮਾਤਾ ਪਿਤਾ ਉਹਨਾਂ ਦਾ ਧਿਆਨ ਕਰਕੇ ਮਨ ਹੀ ਮਨ 'ਚ ਉਹਨਾਂ ਦਾ ਪ੍ਰਣਾਮ ਉਹਨਾਂ ਨੂੰ ਕਰਨਾ ਔਰ ਉਹਨਾਂ ਦਾ ਆਸ਼ੀਰਵਾਦ ਲੈਣਾ। ਔਰ ਇਸ ਸਿਹਤਵਰਧਕ ਪ੍ਰੋਗਰਾਮ 'ਚ ਸਾਡੇ ਅੰਗ ਸੰਗ ਸਹਾਈ ਹੋਣ, ਅਸੀਂ ਅੱਛੀ ਸਿਹਤ ਹਾਸਲ ਕਰਕੇ ਪਰਿਵਾਰ ਲਈ, ਸਮਾਜ ਲਈ, ਦੇਸ਼ ਲਈ ਔਰ ਦੁਨੀਆ ਲਈ ਲਾਹੇਵੰਦ ਸਾਬਤ ਹੋ ਸਕੀਏ। 3 ਵਾਰ ਅਸੀਂ ਮਹਾਪ੍ਰਾਣ ਧੁਨੀ ਕਰ ਸਕਦੇ ਹੈਗੇ ਹਾਂ। ਅੱਖਾਂ ਬੰਦ ਕਰਕੇ ਕਰਾਂਗੇ ਔਰ ਹੋਰ ਲੰਬਾ ਸਾਂਸ ਵੱਧਦਾ ਚਲਾ ਜਾਊਗਾ। ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ। ਸਭ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਅੱਜ ਦੀ ਸਮੱਸਿਆ ਨੂੰ ਲੈ ਕੇ ਹੀ ਅੱਜ ਦੇ ਅਸੀਂ ਪ੍ਰੋਗਰਾਮ ਦੇ ਨਾਲ ਤੁਹਾਡੇ ਰੂਬਰੂ ਹਾਂ। ਤੋ ਦੁਨੀਆ ਭਰ ਦੀ ਜਿਹੜੀ ਸਮੱਸਿਆ ਹੈ ਉਹ ਹੈ ਕਰੋਨਾ ਦੀ ਸਮੱਸਿਆ। ਤੋ ਰੋਗ ਨਾਲ ਲੜਨ ਦੀ ਸ਼ਕਤੀ ਕਿੱਦਾਂ ਵਧੇ, ਇਮਿਊਨਿਟੀ ਸਾਡੇ ਅੰਦਰ ਕਿਵੇਂ बढ़े, ਰੋਗ ਪ੍ਰਤੀਰੋਧਕ क्षमता ਸਾਡੇ ਅੰਦਰ ਕਿਵੇਂ बढ़े, ਉਸ ਦਾ ਇੱਕੋ ਹੀ ਹੱਲ ਹੈ, ਵਧੀਆ ਹੱਲ ਹੈਗਾ ਕਿ ਅਸੀਂ ਲੰਬੇ ਔਰ ਤਾਜ਼ੇ ਸਾਂਸ ਲੈਣ ਦੀ ਜਾਂਚ ਸਿੱਖੀਏ। ਅਸੀਂ ਸਾਰਾ ਉਮਰ ਭਰ ਸਾਂਸ ਲੈਂਦੇ ਹਾਂ, ਜਨਮ ਤੋਂ ਲੈ ਕੇ ਮੌਤ ਤੱਕ ਹਰ ਵੇਲੇ ਸਾਡਾ ਸਾਂਸ ਚੱਲਦਾ ਹੈਗਾ, ਲੇਕਿਨ ਉਹ ਬੜਾ ਹੀ ਛੋਟਾ ਜਿਹਾ ਸਾਂਸ ਜਿਹੜਾ ਹੈ ਚੱਲਦਾ ਵਾ, ਜਿੰਨਾ ਕਿ ਸਾਨੂੰ ਜੀਵਤ ਰਹਿਣ ਲਈ ਜ਼ਰੂਰੀ ਹੁੰਦਾ। ਪਰ ਜੀਵਨੀ ਸ਼ਕਤੀ ਵਧਾ ਕੇ ਅਸੀਂ ਊਰਜਾਵਾਨ ਕੰਮ ਕਰਨੇ ਹੋਣ ਤਾਂ ਫਿਰ ਲੰਬੇ ਸਾਹਾਂ ਨੂੰ ਔਰ ਮਜ਼ਬੂਤ ਸਾਹਾਂ ਨੂੰ ਲੈਣ ਦੀ ਸ਼ਕਤੀ ਸਾਡੇ ਅੰਦਰ ਕਿੱਦਾਂ ਆਵੇ, ਇਹ ਸਿੱਖਣਾ ਬਹੁਤ ਜ਼ਰੂਰੀ ਹੈਗਾ। ਅਸੀਂ ਦਿਨ ਵਿੱਚ 15-16 ਸਾਂਸ ਲੈਂਦੇ ਹਾਂ ਔਰ ਘੰਟੇ ਦੇ ਵਿੱਚ ਉਹ ਤਕਰੀਬਨ 1000 ਦੇ ਕਰੀਬ ਸਾਂਸ ਹੋ ਜਾਂਦੇ ਆ, ਔਰ 22-24 ਹਜ਼ਾਰ ਸਾਂਸ ਜਿਹੜੇ ਆ ਇੱਕ ਪੂਰੇ ਦਿਨ 'ਚ ਲੈਂਦੇ ਹਾਂ। ਭਾਵ 22-24 ਕਿਲੋ ਜਾਂ 20-22 ਕਿਲੋ ਜਿਹੜੀ ਹਵਾ ਅਸੀਂ ਰੋਜ਼ ਛਕਦੇ ਹਾਂ। ਇੰਨਾ ਅਸੀਂ ਭੋਜਨ 3 ਟਾਈਮਾਂ 'ਚ ਨਹੀਂ ਛਕਦੇ ਜਿੰਨੀ ਹਵਾ ਛਕਦੇ ਹਾਂ, ਪਰ ਅਸੀਂ ਹਵਾ ਦੀ ਉਸ ਇੰਪੋਰਟੈਂਸ ਤੋਂ ਅਣਜਾਣ ਹਾਂ। ਤਾਂ ਜੇ ਅਸੀਂ ਲੰਬੇ ਸਾਂਸ ਤਾਜ਼ੀ ਹਵਾ 'ਚ ਬੈਠ ਕੇ ਸਿੱਖਣ ਦੀ ਜਾਂਚ, ਮਤਲਬ ਲੰਬੇ ਸਾਹ ਲੈਣ ਦੀ ਜਾਂਚ ਸਿੱਖ ਲਈਏ ਤਾਂ ਅਸੀਂ ਉਹਦਾ ਰੋਗ ਸਾਡੇ ਲਾਗੇ ਕਿਵੇਂ ਆ ਜਾਏ। ਸਾਡੇ ਫੇਫੜੇ ਇੰਨੇ ਸਟਰੋਂਗ ਹੋਣਗੇ ਕਿ ਮਤਲਬ ਸਾਡਾ ਉਹਨਾਂ ਬਲੱਡ ਪਿਉਰੀਫਾਈ ਹੋਊਗਾ ਕਿ ਉਹਦੇ ਲਾਗੇ ਕਿਸੇ ਵੀ ਤਰ੍ਹਾਂ ਦੇ ਵਾਇਰਸ ਜਿਹੜੇ ਆ ਉਹ ਸਾਡੇ 'ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ। ਤੋ ਹੁਣ ਹੋਰ ਦੇਖੋ ਕਿ ਜਿਹੜੀ ਵਹੀਂ ਦੇ ਕੰਢੇ ਜਿਹੜੀ ਹਵਾ ਆ ਇਹ ਬਹੁਤ ਜ਼ਿਆਦਾ ਪਿਓਰ ਹਵਾ। ਸਮੁੰਦਰ ਦੇ ਕੰਢੇ ਜਿਹੜਾ ਵਾ ਯੋਗ ਦੀਆਂ ਸਾਂਸ ਦੀਆਂ ਕਿਰਿਆਵਾਂ ਕਰਨੀਆਂ ਸਭ ਤੋਂ ਸ਼ੁੱਧ ਹਵਾ ਪਾਣੀ ਦੇ ਲਾਗੇ ਹੁੰਦੀ ਹੈਗੀ। ਔਰ ਹਵਾ ਦੀ ਜਦੋਂ ਬਣਤਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਆ ਕਿ 80 ਪੈਸੇ ਉਹ 'ਚ ਨਾਈਟ੍ਰੋਜਨ ਆ ਅਤੇ 20 ਪੈਸੇ ਬਾਕੀ ਬਚੇ, ਉਹ 'ਚੋਂ ਵੀ 19 ਪੈਸੇ ਆਕਸੀਜਨ ਆ ਔਰ 1-ਅੱਧਾ% ਜਿਹੜੀ ਆ ਉਹ ਦੂਸ਼ਿਤ ਜਿਹੜੀਆਂ ਟੌਕਸਿਨ ਯੁਕਤ ਕਾਰਬਨ ਡਾਈਆਕਸਾਈਡ ਐਂਡ ਅਦਰਸ ਵਾ। ਹੁਣ ਜਦੋਂ ਅਸੀਂ ਸਾਂਸ ਭਰਦੇ ਹਾਂ ਉਹ 80 ਦੀ 80% ਨਾਈਟ੍ਰੋਜਨ ਬਾਹਰ ਆ ਜਾਂਦੀ, ਉਹਦਾ ਕੋਈ ਸਰੀਰ ਲਈ ਇਸਤੇਮਾਲ ਨਹੀਂ ਹੁੰਦਾ। ਉਹ 20% 'ਚੋਂ ਜਿਹੜੀ ਅਸੀਂ 19% ਆਕਸੀਜਨ ਅੰਦਰ ਲਗਾਏ ਉਹਦੇ ਵਿੱਚੋਂ 3% ਸਾਡੇ ਅੰਦਰ ਖਪਤ ਹੋ ਜਾਂਦੀ ਆ ਔਰ 16% ਬਾਹਰ ਆਉਂਦੀ ਆ, ਔਰ ਉਹਦੇ ਨਾਲ ਬਾਕੀ 4% ਜਿਹੜੀ ਹੋਰ ਅੰਦਰੋਂ ਟੌਕਸਿਨ ਦੂਸ਼ਿਤ ਜਿਹੜੀ ਵਾਯੂ ਆ ਉਹ ਬਾਹਰ ਆਉਂਦੀ ਹੈਗੀ। ਸੋ ਇਸ ਢੰਗ ਨਾਲ ਜੇ ਅਸੀਂ ਲੰਬੇ ਸਾਂਸ ਲੈਣ ਦੀ ਜਾਂਚ ਸਿੱਖ ਲਈਏ ਤਾਂ ਫਿਰ ਸਾਡੇ ਅੰਦਰ ਮੋਰ ਐਂਡ ਮੋਰ ਆਕਸੀਜਨ ਅੰਦਰ ਜਾਊਗੀ। ਅੱਜ ਅਸੀਂ ਦੇਖਦੇ ਹਾਂ ਕਿ ਕਰੋਨਾ ਪੀੜਤ ਵਾ, ਉਹਨੂੰ ਆਕਸੀਜਨ ਦਾ ਸਿਲੰਡਰ ਲਗਾਇਆ ਜਾਂਦਾ ਵਾ ਅਤੇ ਸਾਨੂੰ ਕੁਦਰਤ ਮੁਫਤ ਸਿਲੰਡਰ ਦੇ ਰਹੀ ਆ, ਅਸੀਂ ਇਸ ਦਾ ਸੇਵਨ ਨਹੀਂ ਕਰਦੇ। ਅਸੀਂ ਦੇਰ ਰਾਤ ਤੱਕ ਮੋਬਾਈਲ ਦੇਖ ਕੇ ਔਰ ਦੇਰ ਨਾਲ ਉੱਠਦੇ ਹਾਂ, ਉਦੋਂ ਤੱਕ ਵਾਤਾਵਰਨ ਗਰਮੀ ਨਾਲ ਭਰ ਜਾਂਦਾ ਹੈਗਾ। ਅਤੇ ਜੇ ਤੜਕੇ ਉੱਠ ਕੇ ਅਸੀਂ ਸ਼ੁੱਧ ਹਵਾ ਦਾ ਸੇਵਨ ਕਰੀਏ ਤਾਂ ਸਾਨੂੰ ਉਹਦੇ ਵਿਸ਼ੇਸ਼ ਲਾਭ ਹੋ ਸਕਦੇ ਆ। ਤਾਂ ਫਿਰ ਸਾਨੂੰ ਕਿਸੇ ਹਸਪਤਾਲਾਂ ਵਿੱਚ ਸਿਲੰਡਰਾਂ ਦੀ ਜ਼ਰੂਰਤ ਨਹੀਂ, ਕੁਦਰਤ ਦੇ ਬਖਸ਼ੇ ਹੋਏ ਸਿਲੰਡਰ ਨੂੰ ਵਰਤਣ ਦੀ ਜਾਂਚ ਅਸੀਂ ਸਿੱਖੀਏ। ਤਾਂ ਉਹਦੇ ਵਿੱਚ ਅਸੀਂ ਪਹਿਲਾ ਜਿਹੜਾ ਪ੍ਰਾਣਾਯਾਮ ਆ ਉਹ ਅੱਜ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਪਹਿਲੀ ਗੱਲ ਤਾਂ ਪ੍ਰਾਣਾਯਾਮ ਹੈ ਕੀ।
सांस ਦੀਆਂ ਕਿਰਿਆਵਾਂ ਨੂੰ ਅਸੀਂ ਪ੍ਰਾਣਾਯਾਮ ਕਹਿੰਦੇ ਆ। ਤੇ ਪ੍ਰਾਣਾਯਾਮ ਦੋ ਸ਼ਬਦ ਜੋੜ ਕੇ ਬਣਿਆ ਪ੍ਰਾਣ ਜਮਾ ਆਯਾਮ, ਯਾਨੀ ਪ੍ਰਾਣਾਂ ਦਾ ਵਿਸਤਾਰ। ਤੋ ਅਸੀਂ ਪ੍ਰਾਣਾਂ ਦਾ ਵਿਸਤਾਰ ਕਰਨਾ ਜਾਂ ਪ੍ਰਾਣਾਂ ਤੇ ਕੰਟਰੋਲ ਕਰਨਾ, ਟੂ ਕੰਟਰੋਲ ਯੋਰ ਬਰੀਦਿੰਗ ਐਂਡ ਟੂ ਐਕਸਪੈਂਡ ਯੋਰ ਬਰੀਦਿੰਗ, ਇਹ ਹੈਗਾ ਵਾ ਪ੍ਰਾਣਾਯਾਮ। ਸੋ ਸਾਡੇ ਸਾਂਸ ਲੰਬੇ ਔਰ ਮਜ਼ਬੂਤ ਕਿਵੇਂ ਬਣ, ਜਿਹੜੇ ਸਾਂਸ ਸਾਡੇ ਅਸੀਂ 1 ਮਿੰਟ 'ਚ 15-16 ਲੈਂਦੇ ਆ, ਉਹੀ ਸਾਂਸ ਜੇ 1 ਮਿੰਟ ਵਿੱਚ ਅਸੀਂ 7-8 ਲਈਏ, 1 ਮਿੰਟ ਵਿੱਚ 4-5 ਲਈਏ, 1 ਮਿੰਟ ਵਿੱਚ 2-3 ਲਈਏ, ਤਾਂ ਓਨੇ ਹੀ ਜ਼ਿਆਦਾ ਆਕਸੀਜਨ ਸਾਡੇ ਅੰਦਰ ਜਾਊਗੀ, ਓਨਾ ਹੀ ਸਾਡੇ ਫੇਫੜੇ ਵੱਧ ਸਟਰੈਚ ਹੋਣਗੇ, ਓਨਾ ਵੱਧ ਖੂਨ ਪਿਓਰੀਫਾਈ ਹੋਊਗਾ, ਬਲੱਡ ਪਿਓਰੀਫਾਈ ਹੋਊਗਾ, ਔਰ ਓਨਾ ਹੀ ਸਾਡੇ ਅੰਦਰ ਰੋਗ ਨਾਲ ਲੜਨ ਦੀ ਸ਼ਕਤੀ ਵੱਧਦੀ ਚਲੀ ਜਾਊਗੀ। ਸੋ ਅੱਜ ਦੇ ਇਸ ਸਮੱਸਿਆ ਭਰੇ ਸਮੇਂ ਦੇ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈਗਾ ਕਿ ਅਸੀਂ ਪ੍ਰਾਣਾਯਾਮ, ਯਾਨੀ ਆਪਾਂ ਅਕਸਰ ਬਹੁਤ ਸਾਰੇ ਯੋਗ ਵਿਦਵਾਨਾਂ ਦੇ ਪ੍ਰੋਗਰਾਮ YouTube ਤੇ ਫੇਸਬੁੱਕ ਤੇ ਹਿੰਦੀ ਵਿੱਚ ਦੇਖਦੇ ਹੋਵਾਂਗੇ, ਤੋ ਅਜੀਤ ਵੱਲੋਂ ਪੰਜਾਬੀ ਵਿੱਚ ਪੇਸ਼ਕਾਰੀ ਦਾ ਇਹ ਮੈਂ ਸਮਝਦਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ। ਤਾਂ ਆਸ ਹੈ ਕਿ ਪੰਜਾਬੀ ਦੇ ਦਰਸ਼ਕਾਂ ਨੂੰ ਵੀ ਇਹ ਜਿਹੜਾ ਬੜਾ ਲਾਹੇਵੰਦ ਸਾਬਤ ਹੋਊਗਾ। ਤੋ ਪਹਿਲਾ ਪ੍ਰਾਣਾਯਾਮ ਜਿਹੜਾ ਵਾ ਬਸਤ੍ਰਿਕਾ, ਉਹ ਮੈਂ ਕਰਨ ਜਾ ਰਿਹਾ ਹਾਂ। ਪਹਿਲੀ ਗੱਲ ਤੇ ਬਸਤ੍ਰਿਕਾ ਹੈ ਕੀ? ਬਸਤ੍ਰਿਕਾ ਲੋਹਾਰ ਦੀ ਧੌਂਕਣੀ, ਪੁਰਾਣੇ ਸਮੇਂ 'ਚ ਲੋਹਾਰ ਦਾ ਇੱਕ ਚਮੜੇ ਦਾ ਥੈਲਾ ਹੁੰਦਾ ਸੀ, ਉਹਦਾ ਮੂੰਹ ਉਹ ਭੱਠੀ 'ਚ ਲਗਾਉਂਦਾ ਸੀ ਔਰ ਉਹਨੂੰ ਇੱਕ ਹੈਂਡਲ ਲੱਗਾ ਹੁੰਦਾ ਸੀ, ਉਹਨੂੰ ਉੱਪਰ ਕਰਦਾ ਸੀ, ਉਹ ਹਵਾ ਨਾਲ ਭਰਦਾ ਸੀ, ਉਹਨੂੰ ਦਬਾਉਂਦਾ ਸੀ, ਹਵਾ ਭੱਠੀ 'ਚ ਜਾਂਦੀ ਸੀ। ਉਹ ਇਸ ਢੰਗ ਨਾਲ ਬਾਰ-ਬਾਰ ਉਹਨੂੰ ਉੱਪਰ ਕਰਦਾ ਸੀ, ਥੱਲੇ ਦਬਾਉਂਦਾ ਸੀ, ਔਰ ਚਮੜੇ ਦਾ ਥੈਲਾ ਫੁੱਲਦਾ ਸੀ, ਪਿਚਕਦਾ ਸੀ, ਔਰ ਭੱਠੀ ਮੱਗ ਜਾਂਦੀ ਸੀ। ਅੱਜ ਕੱਲ੍ਹ ਤਾਂ ਬਿਜਲੀ ਦੀ ਮੋਟਰ ਦਾ ਸਵਿੱਚ ਔਨ ਕੀਤਾ ਜਾਂਦਾ, ਭੱਠੀ ਮੱਗ ਜਾਂਦੀ ਹੈ। ਤੋ ਅਸੀਂ ਸਰੀਰ ਦੀ ਭੱਠੀ ਵੀ ਇੱਦਾਂ ਹੀ ਮਗਾਉਣੀ ਹੈ ਬਸਤ੍ਰਿਕਾ ਦੇ ਨਾਲ। ਤੋ ਪਹਿਲਾਂ ਅਸੀਂ ਜਿੱਦਾਂ ਯੋਗ ਦੇ ਆਸਨ ਕਰਨੇ ਹੋਣ ਤਾਂ ਸਰੀਰ ਨੂੰ ਵਾਰਮ ਅਪ ਕਰਦੇ ਹਾਂ, ਜਾਂ 16 ਆਸਨ ਅਸੀਂ ਪਿਛਲੇ ਪ੍ਰੋਗਰਾਮ 'ਚ ਕਰਕੇ ਹਟੇ ਹਾਂ, ਉਹ ਕਰੋ। ਔਰ ਇਸੇ ਢੰਗ ਨਾਲ ਪ੍ਰਾਣਾਯਾਮ ਕਰਦੇ ਸਮੇਂ ਵੀ ਸਾਡੇ ਸਰੀਰ ਨੂੰ, ਫੇਫੜਿਆਂ ਨੂੰ, ਸਾਂਸ ਵਾਲੇ ਸਿਸਟਮ ਨੂੰ ਗਰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਸੋ ਬਸਤ੍ਰਿਕਾ ਦੇ ਸਮਾਨ ਅਸੀਂ ਵੀ ਸਰੀਰ ਨੂੰ ਥੋੜ੍ਹਾ ਜਿਹਾ ਗਰਮ ਕਰਨਾ ਹੈਗਾ। ਤੋ ਉਹ ਕੀ ਸਿਸਟਮ ਹੋ ਸਕਦੇ ਆ? ਉਹ 3-4 ਢੰਗ ਤਰੀਕੇ ਹੋ ਸਕਦੇ ਆ, ਉਹ ਸਾਰੇ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਅੱਜ ਕੇਵਲ ਇੱਕ ਸਾਂਸ ਦੀ ਕਿਰਿਆ ਨੂੰ ਅਸੀਂ ਸ਼ੇਅਰ ਕਰਨਾ ਹੈਗਾ, ਲੇਕਿਨ ਉਸ ਦੇ ਵੱਖ-ਵੱਖ ਲਾਭਾਂ ਬਾਰੇ, ਉਸ ਦੇ ਪ੍ਰਭਾਵਾਂ ਬਾਰੇ ਵੀ ਜਾਣਨ ਦੀ ਅਸੀਂ ਕੋਸ਼ਿਸ਼ ਕਰਨੀ ਹੈਗੀ। ਤੋ ਪਹਿਲਾ ਮੈਂ ਇੱਕ ਢੰਗ ਦੱਸਦਾ ਹਾਂ, 3 ਢੰਗਾਂ ਨਾਲ ਮੈਂ ਤੁਹਾਨੂੰ ਬਸਤ੍ਰਿਕਾ ਦੱਸਣ ਦੀ ਕੋਸ਼ਿਸ਼ ਕਰਾਂਗਾ। ਤੋ ਜਿਹੜਾ ਪਹਿਲਾ ਢੰਗ ਵਾ ਉਹਦੇ ਵਿੱਚ ਵੀ ਮੈਂ 3 ਸਿਸਟਮ ਅਡੋਪਟ ਕਰੂੰਗਾ। ਤੋ ਪਹਿਲਾ ਸਿਸਟਮ ਸਿਰਫ 1 ਮਿੰਟ ਦਾ ਹੈਗਾ, ਔਰ 1 ਮਿੰਟ ਦੇ ਵਿੱਚ ਵੀ ਮੈਂ 20 ਸੈਕਿੰਡ ਨॉर्मल स्पीड, 20 सैकंड मीडियम स्पीड, 20 सैकंड फास्ट स्पीड में चलूँगा। छोटे छोटे सांस भरने और छड़ने ने। तो पहला मैं 20 सैकंड नॉर्मल स्पीड ना छोटे सांस खिंचने और सुटने। और हुण मीडियम स्पीड, एंड रिलैक्स। और आखिर की करना 3 बार सज्जों लंबा साह भरना, खब्बे तो पूरा छड़ना। दूजी बार सज्जों लंबा भर के माड़ा कर रोकना, खब्बे तो पूरा छड़ना। तीसरी बार सज्जों लंबा भरना, लंबा रोकना और पूरा छड़ना। तो 1 मिनट असी उन्होंने 3 गतियां दे नाल नॉर्मल, मीडियम एंड फास्ट स्पीड में 20 सैकंड दे कीता। और आखिर में 3 सांस असी लंबा सांस भर के छड्या, लंबा भर के रोक के छड्या और लंबा भर के लंबा रोक के छड्या। ये सीगा 100 हथ रस्सा सिरे ते गंढ वाली गल कि पहला प्राणायाम तो हुंदा प्राणा दा विस्तार, लेकिन असी शुरू छोटे छोटे सांस भरे छड्डे और होर तेजी नाल कीते। उन्होंने कवर करने वास्ते अखीर च जिहड़े लंबे 3 सांस लीते उन्हें उसनूं कवर कर दिता। तो हुण असी दूसरा करना हैगा, वो हैगा एक पासे छड्डना। अनुलोम विलोम विच जिद्दां करदे आ, पर अनुलोम विलोम दा तो इहदा थोड़ा जिहा फर्क ये हैगा, उहदे विच आराम नाल असी भरदे और आराम नाल छड्डदे हैगे। इह च असी खिच्चदे, थोड़ी जी एनर्जी का प्रयोग करदे आ और सुट्टदे, खिच्चदे और सुट्टदे आ। उहदे विच असी भरदे और छड्डदे हैगे।
तो वो जदों गां आने वाले समय 'ਚ ਅਸੀਂ ਉਹਦੀ चर्चा करनी हैगी। ਅਸੀਂ ਹੁਣ दूसरा सिस्टम सज्जा हथ लवांगे और ਉਹਦੀਆਂ अंगूठे तो अगलियां 2 ਉਂਗਲਾਂ मोड़ लवांगे और इस ढंग नाल हथेली मूँह ਦੇ लागे रल जावांगे और जिद्दां डुगडुगी बजाई दी आ इस ढंग नाल ਅਸੀਂ गुੱਟ ਨੂੰ घुमावांगे और चाहिए तो हथ पिछे लगा के ਅਸੀਂ शरीर सीधा रख सकते हैगे आ और जे कोई बैठिया नहीं जाता कुर्सी ते बैठ के भी ये क्रियावां कर सकता हैगा। बस आले दुआले शुद्ध और ताज़ी हवा होनी ये सब तो अहम गल हैगी। मैं हथ की जानकारी देती कि इदां डुगडुगी बजाने वांग 2 ਉਂਗਲਾਂ मोड़ के रखियां, अंगूठे और चौथी ਉਂਗਲੀ का प्रयोग करना, अंगूठे नाल सज्जा पासा बंद करना, चौथी ਉਂਗਲੀ नाल खब्बा पासा बंद करना। तो चलो 20-20 सैकंड के 3 हिस्से वंड के 1 मिनट का करना हैगा। पहला सांस सुटना और खिंचना, सुटना खिंचना, सुटना खिंचना, सुटना खिंचना, सुटना खिंचना। और हुण मीडियम स्पीड, सुटना खिंचना, सुटना खिंचना, सुटना खिंचना, सुटना खिंचना। तीसरा और फास्ट स्पीड, एंड रिलैक्स। 1 मिनट मात्र 1 मिनट की क्रिया की, लेकिन साडा पूरा नक वाला सिस्टम दोनों नसां सार खुल गई, सांस नाली खुल गई, फेफड़े गर्म हो गए। और जिद्दां गड्डी का इंजन चलदा हुंदा आ, गड्डी का इंजन पहला चलदा छुक 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 छुक, फिर वो मध्यम गति चलदा छुक 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 छुक, और फिर वो फास्ट गति ने चलदा छुक 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 छुक। और असीं जदों इदां करदे आ तो साडा सांस प्रणाली का जिन्ना सिस्टम वो पूरी अंदरों सफाई हो जाती है। और मैं एक छोटी जी मिसाल देता करदा हां। इहदे विच की करना है, जदों असीं 3 वारी इदां कर लिया, फिर 3 लंबे गहरे सांस, सज्जों लंबा भरना, खब्बे तो पूरा छड्डना, फिर सज्जों लंबा भर के थोड़ा रोक के खब्बेों पूरा छड्डना। तीसरी बार लंबा भरो, लंबा रोको, और खब्बे तो पूरा छड्डो। सो ये दूसरा जिहड़ा स्टैप हो गया भस्त्रिका प्राणायाम का। और तीसरा जिहड़ा है उहदे विच हुण साडे फेफड़े जानी साफ हो गया, नक साफ हो गया, सांस नाली साफ हो गई। देखो आपां एक बोतल नूं साफ करना होवे तां बोतल दे विच हत्थ ते जांदा नहीं, तारां वाला ब्रश लैने आ, उहनूं आपां लैके इदां उपर नीचे करदे आ, वो सारा उहदी रगड़ दे नाल अंदरों बोतल का गला भी साफ हो जाता है। असीं भी इदां सांस नूं तेजी नाल छड्डण भरन दे नाल सांस नाली दी अंदरों सफाई हो जाती हैगी और उहदी शक्ति बढ़ जाती हैगी। और तेजी नाल करन नाल फेफड़े भी जिहड़े तेजी नाल फैलदे सुंगड़दे हैगे उहनां दी शक्ति बढ़ जाती हैगी। और हुण असीं जदों कि साडे अंदर साफ हो गया, हुण असीं थोड़े लंबे और लंबा सांस भरना और छड्डना और छड्डते चले जाना आखिरी बूंद तक। 5 सांस इदां ले लो। सो इस ढंग नाल प्राणायाम जिहड़ा भस्त्रिका आ, एक दिन इन्ना कर लो, 3 ਤੋਂ 5 मिनट ਲਈ काफ़ी हैगे। गर्मियां विच 3-4 मिनट सफिशेंट हुंदे आ, सर्दियां विच 5-7 मिनट जिहड़े आ सफिशेंट हुंदे आ। हाँ, हुण मैं भस्त्रिका दा दूसरा विकल्प, दूसरा वेरीएशन, दूसरा ढंग दूसरे दिन जे असीं करना होवे इदां भी कर सकते हैं। उसनूं भी 3-4 ढंगां नाल करांगे। पहला ढंग, इत्थे मुठियां बंद करके इत्थे खड़े तैयार हाँ, और उपर जाना जदों उदों बाजू बिल्कुल सीधे करने और उंगलां खोल देनियां हैगियां। जदों नीचे आना हैगा मुठियां बंद करनियां, उपर जाते हुए सांस खिंचना हैगा और नीचे जाते हुए सांस छड्डना हैगा। और इसनूं 20 बार किया जा सकदा। मैं 10-10 बार करांगा। उपर जाते हुए सांस खिंचो, नीचे जाते हुए सांस छड्डो, भरो, 2, एक क्रिया हो गई। 10 बार कर लो
ਤੁਹਾਡੇ ਫੇਫੜੇ ਵਾਰਮ ਅਪ ਹੋ ਜਾਣਗੇ, ਗਰਮ ਹੋ ਜਾਣਗੇ ਔਰ ਪ੍ਰਾਣਾਯਾਮ ਦਾ ਤੁਹਾਨੂੰ ਆਨੰਦ ਆ ਜਾਊਗਾ। ਇਹ ਵਾਰਮਿੰਗ ਅਪ ਦਾ ਪ੍ਰੋਸੀਜਰ ਹੈਗਾ ਭਸਤ੍ਰਿਕਾ, ਔਰ ਇਹ ਦੂਸਰੇ ਦਿਨ ਦਾ ਸਿਸਟਮ ਹੈਗਾ। ਹੁਣ ਦੂਸਰੀ ਢੰਗ ਆਪਾਂ ਇੱਦਾਂ ਕਰ ਸਕਦੇ ਹਾਂ ਕਿ ਮੈਂ ਸਾਹਮਣੇ ਜਾਂਦਾ ਵਾ, ਹੱਥ ਖੋਲਦਾ ਔਰ ਕੂਣੀਆਂ ਮੁੱਠੀਆਂ ਬੰਦ ਕਰਕੇ ਕੂਣੀਆਂ ਪਿੱਛੇ ਨੂੰ ਖਿੱਚਦਾ ਹੈਗਾ ਔਰ ਅੱਗੇ ਨੂੰ ਜਾਂਦੇ ਹੋਏ ਸਾਹ ਸੁੱਟਦਾ ਆ, ਪਿੱਛੇ ਨੂੰ ਆਉਂਦੇ ਹੋਏ ਸਾਹ ਭਰਦਾ ਆ। 10 ਵਾਰ ਕਰੂੰਗਾ। ਆ ਛੱਡਿਆ ਪਹਿਲਾਂ, ਸਾਹ ਭਰਿਆ, ਛੱਡਿਆ, ਇਹਦੇ ਨਾਲ ਜਿਹੜਾ ਪਹਿਲਾਂ ਉੱਪਰ ਲਗਾਏ ਸੀ ਉਹ ਚ ਲੰਗਸ ਜਿਹੜੇ ਉੱਪਰ ਵੱਲ ਨੂੰ ਫੈਲੇ, ਜਦੋਂ ਅੱਗੇ ਪਿੱਛੇ ਲਗਾਏ ਲੰਗਸ ਜਿਹੜੇ ਆ ਉਹ ਅੱਗੇ ਵੱਲ ਨੂੰ ਔਰ ਪਿੱਛੇ ਵੱਲ ਨੂੰ ਫੈਲੇ। ਹੁਣ ਜਿਹੜਾ ਹੈ ਲੰਗਸ ਜਿਹੜਾ ਵਾ ਆ ਕੂਣੀਆਂ ਇੱਦਾਂ, ਇਹ ਕੂਣੀਆਂ ਪਿੱਛੇ ਵੱਲ ਨੂੰ ਲਿਜਾਣੀਆਂ ਸਾਂਸ ਭਰਦੇ ਹੋਏ ਔਰ ਕੂਣੀਆਂ ਪਿੱਛੇ ਥੱਲਿਓਂ ਪਿੱਛੇ ਵੱਲ ਨੂੰ ਲਿਜਾਣੀਆਂ ਸਾਂਸ ਛੱਡਦੇ ਹੋਏ। ਲੰਬਾ ਸਾਂਸ ਖਿੱਚਣਾ ਹੈਗਾ। दस वार, ये 3 हो गए। और चौथा इनू ढंग किया जा सकता है, इत्थे हथ रख ले और सांस भरते हुए हत्थों नू मैक्सीमम स्ट्रैच करना है। लंग्स नू वध तो वध फैलाना, खुलना। सांस भरते हुए हथ थले नहीं जाने चाहिए, मोढियां दे बराबर जिन्ना बैकवर्ड बैंड ले जा सकते हैं। और सांस छड्डदे हुए मोढियां नू थपकी दिओ। सांस भरते हुए एक बार एक हाथ उपर, दूसरी बार दूसरा हाथ उपर, नाले मोढियां दी ताकत, छाती चौड़ी। 10 वार कर लो। सो दूजे दिन असी इदां 3-4 मिनट लगा लीए तो बहुत ही अच्छी है। शरीर नू वार्मिंग करन दी क्रिया, फेफड़े स्ट्रैच करन दी क्रिया और इहदे नाल अगले प्राणायाम जिहड़े कि विशेष लाभदायक हैगे वो वधिया होणगे। डीप ब्रीदिंग वालियां क्रियावां होर सौखियां ते असरदार होणगियां। तो हुण मैं तीसरा और आखिरी ढंग वो जिहड़ा वा वो दस्सण जा रहा। तीसरे दिन तुसीं करना होवे भस्त्रिका तो इदां कर सकते हैं। तो किसी दिन ये पहले दिन वाला कर लो, किसी दिन दूसरे दिन वाला कर लो, किसी दिन तीसरे दिन वाला कर लो। तो मतलब असी गर्मियां के मौसम च 3-4 मिनट सफिशेंट है। इन्ने नाल तुहाडे नक वाला सिस्टम खुल जूगा। मैं एक छोटी जी मिसाल देना करना कि छलियां भुनन वाला हुंदा है, सड़क के किनारे बैठा, उन्हें कोले थोड़े जे पाए होंदे आ, कोले मगदे होंदे आ। आपां कहने छली भुन के दे, वो छोटी जी पक्खी नाल इदां झल मारी जांदा है। और छोटी छोटी पक्खी नाल झल मारी जांदा हैगा और कोले मग जांदे हैगे और झट देनी छली भुन के सानूं फड़ा दिंदा है। असीं भी इस ढंग नाल तेज़ी नाल करन वालियां क्रियावां नाल असीं फेफड़ियां नूं, लंग्स नूं गर्म करना हैगा और फिर अगलियां सांस दीयां क्रियावां सुखालियां हो जांदियां हैगियां। तीसरी और आखिरी क्रिया असीं भस्त्रिका दी करन जा रहे हैं। हुण देखो इहदे विच की करो कि नक दा खब्बा पासा बंद कर लो और खब्बा पासा बंद करके सज्जे पासे नाल सांस खिंचना और सज्जे नाल ही छड्डना। 10 बार कर सकते हैं, 5 बार मैं करूँगा। और इसे ढंग नाल आखिर च की करना, इधरों लंबा सांस भरना, थोड़ा क रोकना और दूसरी साइड तो हौली हौली छड्ड देना है। ये आखिरी लंबा सांस जिहड़ा वा ये बड़ा इंपोर्टेंट हैगा। ये कवर कर जांदा आ जिन्ना थोड़ा जिहा फेफड़िਆਂ ਨੂੰ तेज़ी नाल असीं गर्म ठंडा कीता सी उह 'च फेफड़े वध तो वध एक्सपैंड हो गए। हुण असीं सज्जी नास बंद कर लैनी है, खब्बी नास नाल 10 वारी असीं कर सकते हैं। और ਜਾਂ ਜਿਹੜੀ नास ਪਹਿਲਾਂ चलदी ज़्यादा ਪਹਿਲਾਂ उन्ना करो। हुण दूसरी नास, सज्जी नास बंद कर लीती और खब्बी नास खुली आ, इधरों ही सांस भरना और सुटना हैगा। देखो भस्त्रिका विच सांस खिंचना और सुटना हुंदा है। अनुलोम विलोम दे विच असीं सांस हौली हौली भरना और हौली हौली छड्डना हुंदा है। इत्थे खिंचना और सुटना, इह च थोड़ा जिहा एनर्जी का असीं इस्तेमाल करते हैगे, शक्ति का इस्तेमाल करते हैगे। हाँ जी, सांस भरिया और सुटिया। मैं 5 बार किया, 10 बार किया जा सकता। और हुण असीं
ਦੋਨੋਂ ਪਾਸਿਆਂ ਨਾਲ ਕਰਨਾ ਹੈਗਾ। ਇੱਕ ਪਾਸੇ ਤੋਂ ਛੱਡ ਕੇ ਖਿੱਚਣਾ, ਫਿਰ ਦੂਜੇ ਪਾਸੇ ਤੋਂ ਛੱਡ ਕੇ ਖਿੱਚਣਾ, ਇੱਕ ਰਾਊਂਡ ਬਣਿਆ। ਇਦਾਂ ਦੇ 5 ਜਾਂ 10 ਰਾਊਂਡ ਲਗਾ ਸਕਦੇ ਆ। ਹੁਣ ਖੱਬੇ ਤੋਂ ਸ਼ੁਰੂ ਕੀਤਾ, ਸੱਜਾ ਬੰਦ, ਔਰ ਦੇਖੋ ਪਹਿਲਾਂ ਛੱਡਣਾ ਹੈਗਾ, ਫਿਰ ਖਿੱਚਣਾ ਹੈਗਾ, ਛੱਡੋ, ਦੂਜੇ ਪਾਸੇ ਛੱਡੋ, ਖਿੱਚੋ, ਫਿਰ ਬੰਦ ਕਰਕੇ ਛੱਡੋ, ਖਿੱਚੋ। ਐਂਡ ਰਿਲੈਕਸ। ਜਿੱਧਰੋਂ ਸ਼ੁਰੂ ਕੀਤਾ ਉੱਥੇ ਖਤਮ ਕਰਨਾ। ਔਰ ਹੁਣ ਕੋਈ ਕਹਿ ਸਕਦਾ ਦਰਸ਼ਕ ਕਿ ਮੇਰਾ ਤਾਂ ਇੱਕ ਪਾਸਾ ਬੰਦ ਵਾ ਜੀ, ਉੱਧਰੋਂ ਹੁੰਦਾ ਹੀ ਨਹੀਂ। ਜਿਹਨੂੰ ਇਦਾਂ ਦੀ ਪ੍ਰੋਬਲਮ ਹੋਵੇ ਉਹ ਕੀ ਕਰੇ, ਪਹਿਲਾਂ ਜਿਹੜੀ ਨਾਸ ਚੱਲਦੀ ਉੱਧਰੋਂ ਕਰ ਲਓ 5 ਵਾਰ, ਫਿਰ ਦੂਜੀ ਵਾਰੀ ਕੀ ਕਰੋ, ਉੱਧਰੋਂ ਭਰ ਕੇ, ਜਿਹੜੀ ਮੰਨ ਲਓ ਮੇਰੀ ਸੱਜੀ ਨਾਸ ਬੰਦ ਵਾ, ਤੇ ਕੀ ਕਰਨਾ, ਖੱਬਿਓਂ ਭਰੋ, ਸੱਜਿਓਂ ਸੁੱਟੋ, ਖੱਬਿਓਂ ਭਰੋ, ਸੱਜਿਓਂ ਸੁੱਟੋ, ਖੱਬਿਓਂ ਭਰੋ, ਸੱਜਿਓਂ ਸੁੱਟੋ, ਔਰ ਸੱਜੀ ਨਾਸ ਖੁੱਲ ਜੂਗੀ। ਫਿਰ ਸੱਜੇ ਪਾਸੇ ਤੋਂ 10 ਵਾਰ ਐਵੇਂ ਕਰ ਲਿਆ, ਔਰ ਫਿਰ ਦੋਹਾਂ ਨਾਲ ਕਰ ਲਿਆ। ਸੋ ਇਸ ਢੰਗ ਨਾਲ ਕੀ ਹੋਇਆ ਕਿ ਜਿਹੜਾ ਬੰਦਾ ਭਸਤ੍ਰਿਕਾ ਕਰੂਗਾ ਉਹਨੂੰ ਰੇਸ਼ਾ ਜ਼ੁਕਾਮ ਦਾ ਕੰਮ ਹੀ ਕੋਈ ਨਹੀਂ। ਜੇ ਰੇਸ਼ਾ ਜ਼ੁਕਾਮ ਹੋ ਵੀ ਜਾਊਗਾ ਤਾਂ ਉਹ ਆਰਾਮ ਨਾਲ ਆਪਣੇ ਆਪ ਹੀ ਦੂਰ ਹੋ ਜਾਊਗਾ ਬਿਨਾਂ ਕਿਸੇ ਦਵਾ ਦੇ। ਤਾਂ ਫੇਫੜੇ ਫੈਲਣ ਦੀ ਸ਼ਕਤੀ ਵੱਧ ਗਈ, ਰੋਗ ਨਾਲ ਲੜਨ ਦੀ ਸ਼ਕਤੀ ਸਾਡੇ ਅੰਦਰ ਵੱਧ ਗਈ, ਔਰ ਸ਼ੁੱਧ ਔਰ ਤਾਜ਼ੀ ਹਵਾ ਦਾ ਅਸੀਂ ਭਰਪੂਰ ਸੇਵਨ ਵੀ ਕਰ ਲਿਆ। ਮਾਤਰ 4-5 ਮਿੰਟ ਲੱਗੇ, 3 ਤੋਂ 5 ਮਿੰਟ ਦਾ ਸਮਾਂ ਇਸ ਲਈ ਸਫੀਸ਼ੀਐਂਟ ਹੈਗਾ। ਤਾਂ ਮੈਂ ਅੱਜ 3 ਢੰਗਾਂ ਨਾਲ ਭਸਤ੍ਰਿਕਾ ਪ੍ਰਾਣਾਯਾਮ ਕਰਨ ਦੀ ਜਾਂਚ ਦੱਸੀ। ਮੈਨੂੰ ਆਸ ਹੈ ਕਿ ਸਾਡੇ ਦਰਸ਼ਕ ਜਿਹੜੇ ਨੇ ਇਸ ਨੂੰ ਦੇਖ ਕੇ ਸ਼ੁਰੂ 'ਚ ਇਸ ਵੀਡੀਓ ਲਿੰਕ ਨੂੰ ਦੇਖ ਕੇ ਉਹਦੇ ਨਾਲ ਚੱਲ ਸਕਦੇ ਹੈਗੇ, ਔਰ ਫਿਰ ਜਦੋਂ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਏ ਫਿਰ ਅੱਖਾਂ ਬੰਦ ਕਰਕੇ ਤਾਜ਼ੀ ਹਵਾ ਦੇ ਵਿੱਚ ਬੈਠ ਕੇ ਇਹਨਾਂ ਕਿਰਿਆਵਾਂ ਨੂੰ ਕਰ ਸਕਦੇ ਹੈਗੇ। ਤਾਂ ਜਿੰਨੀਆਂ ਵੀ ਸਾਹ ਦੀਆਂ 4-5 ਅਸੀਂ ਪ੍ਰਾਣਾਯਾਮ ਕਰਨੇ ਹੈਗੇ, ਅੱਜ ਅਸੀਂ ਇੱਕ ਪ੍ਰਾਣਾਯਾਮ ਨੂੰ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਇਹ ਭਸਤ੍ਰਿਕਾ ਸਾਡੇ ਵਾਸਤੇ ਬੜਾ ਹੀ ਲਾਹੇਵੰਦ ਹੈਗਾ ਸਰੀਰ ਨੂੰ ਗਰਮ ਕਰਨ ਦੇ ਲਈ। ਹਾਂ, ਇੱਕ ਪ੍ਰੀਕਾਸ਼ਨ ਕਿਹਦੇ ਲਈ ਆ, ਜਿਹੜੇ ਲੋਕ ਜਿਹਨਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ, ਉਹ ਥੋੜ੍ਹਾ ਜਿਹਾ ਜ਼ਿਆਦਾ ਤੇਜ਼ੀ ਨਾਲ, ਜ਼ਿਆਦਾ ਫਾਸਟ ਨਹੀਂ ਕਰਨ, ਆਰਾਮ ਨਾਲ ਕਰਨ। ਲੇਕਿਨ ਲੰਬਾ ਸਾਂਸ ਭਰਨ ਔਰ ਸੁੱਟਣ ਦਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ। ਰੋਕਣ ਵਿੱਚ ਵੀ ਜੇ ਦਿੱਕਤ ਆਵੇ ਤਾਂ ਉਸ ਤੋਂ ਵੀ ਅਵਾਇਡ ਕੀਤਾ ਜਾ ਸਕਦਾ ਹੈਗਾ। ਫਿਰ ਸਾਂਸ ਭਰੋ ਔਰ ਛੱਡੋ, ਇਹ 'ਚ ਭਰੋ ਔਰ ਸੁੱਟੋ, ਔਰ ਇਸ ਢੰਗ ਨਾਲ ਤੁਹਾਡੇ ਜਿਹੜੇ ਲੰਗਸ ਵਾ ਉਹ ਬਿਲਕੁਲ ਟੌਕਸਿਨਸ ਰਹਿਤ ਹੋ ਗਏ, ਦੂਸ਼ਿਤ ਵਾਯੂ ਤੋਂ ਰਹਿਤ ਹੋ ਗਏ, ਫੇਫੜੇ ਪੂਰੇ ਖੁੱਲ ਗਏ, ਔਰ ਮੈਕਸੀਮਮ ਉਹਨਾਂ ਦੀ ਸਟਰੈਚਿੰਗ ਦੀ ਔਰ ਕੰਟਰੈਕਟਿੰਗ ਦੀ ਸ਼ਕਤੀ ਵੱਧ ਗਈ। ਔਰ ਜਵਾਨਾਂ ਦਾ ਮਾਪ ਫੌਜ ਦੇ ਵਿੱਚ ਭਰਤੀ ਵੇਲੇ ਲਿਆ ਜਾਂਦਾ ਆ ਕਿ ਤੇਰੀ ਬਿਨਾਂ ਛਾਤੀ ਫੁਲਾਏ ਸਾਂਸ ਕਿੰਨਾ 34 ਜੀ, ਸਾਹ ਛੱਡੇ, ਸਾਹ ਭਰ ਕੇ ਤੇਰੀ ਛਾਤੀ ਕਿੰਨੀ ਜੀ, ਉਹ 36 ਜੀ। ਤਾਂ ਲੰਬਾ ਸਾਂਸ ਜਿਹੜਾ ਭਰ ਸਕਦਾ ਉਹਦੀ ਛਾਤੀ ਜ਼ਿਆਦਾ ਚੌੜੀ ਹੋਊਗੀ। ਤਾਂ ਲੰਬਾ ਸਾਂਸ ਛਾਤੀ ਚੌੜੀ ਕਿਹਦੀ ਹੋਣੀ ਆ, ਜਿਹਨੇ ਲੰਬੇ ਸਾਂਸ ਲੈਣ ਦੀ ਪ੍ਰੈਕਟਿਸ ਕਰ ਲੈਣੀ। ਉਹਨੇ ਰਹਿਣਾ ਵੀ ਤੰਦਰੁਸਤ ਵਾ, ਉਹਨੂੰ ਸਾਹ ਵੀ ਨਹੀਂ ਚੜ੍ਹਨਾ, ਔਰ ਉਹਨੂੰ ਸਾਂਸ ਦੀਆਂ ਪ੍ਰੋਬਲਮਸ ਨਹੀਂ ਹੋਣੀ, ਰੇਸ਼ਾ ਜ਼ੁਕਾਮ ਨਹੀਂ ਹੋਣਾ, ਔਰ ਸਰੀਰ ਦੀ ਤੰਦਰੁਸਤੀ ਤਾਂ ਫਿਰ ਹੈ ਹੀ ਹੈ। ਇਮਿਊਨਿਟੀ ਤਾਂ बढ़नी ਆ, ਰੋਗ ਨਾਲ ਲੜਨ ਦੀ ਸ਼ਕਤੀ ਤਾਂ बढ़नी। ਇਹਦੇ ਨਾਲ ਹੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਅਗਲੀ ਕੜੀ ਵਿੱਚ ਫਿਰ ਅਸੀਂ ਅਗਲਾ ਪ੍ਰਾਣਾਯਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਧੰਨਵਾਦ ਜੀ।